कबीर कुकर राम को मुतिया मेरो नाओ, गले हमारे जेबरी जै खिंचै तै जाओ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਮਹਾਰਾਜ ਨੇ ਬਹੁਤ ਸੋਹਣੀ ਗੱਲ ਕਹੀ ਹੈ ਵੀ ਮੈਂ ਰਾਮ ਦਾ ਕੁੱਤਾ ਹਾਂ, ਤਾਂ ਮੇਰੇ ਗਲ ਦੇ ਵਿੱਚ ਰਾਮ ਨੇ ਇੱਕ ਜੰਜੀਰੀ ਪਾਈ ਹੋਈ ਹੈ। ਜਿੱਧਰ ਨੂੰ ਮੈਨੂੰ ਉਹ ਖੜਦਾ ਹੈ ਉੱਧਰ ਨੂੰ ਮੈਂ ਚਲੇ ਜਾਂਦਾ ਹਾਂ, ਉੱਧਰ ਨੂੰ ਮੈਨੂੰ ਜਾਣਾ ਪੈਂਦਾ ਹੈ ਜਾਂ ਮੈਂ ਚਲੇ ਜਾਂਦਾ ਹਾਂ। ਬੜੀ ਵਧੀਆ ਗੱਲ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਹੈਵਰ ਬ੍ਰਿਖ ਹੋਇਓ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਤਲਬ ਵੀ ਪਤਾ ਨਹੀਂ ਕਿੰਨੇ ਕੁ ਜਨਮ ਅਸੀਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜੀ ਵਧੀਆ ਗੱਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹੀਆਂ ਹੋਈਆਂ। ਜੇ ਅਸੀਂ ਸੁਣ ਲਈਏ, ਧਿਆਨ ਦੇ ਨਾਲ ਸੁਣ ਲਈਏ, ਤਾਂ ਸਾਡਾ ਪਾਰ ਉਤਾਰਾ ਹੋਣ ਦੇ ਵਿੱਚੋਂ ਸਾਨੂੰ ਕੋਈ ਵੀ ਤਾਕਤ, ਕਲਯੁਗ ਦੀ ਤਾਕਤ ਜਿਹੜੀ ਹੈ ਨਹੀਂ ਰੋਕ ਸਕਦੀ ਕਿ ਸਾਡਾ ਪਾਰ ਉਤਾਰਾ ਨਾ ਹੋਵੇ, ਅਗਰ ਜੇ ਅਸੀਂ ਸਤਿਗੁਰ ਦੀਆਂ ਗੱਲਾਂ ਜਿਹੜੀਆਂ ਹੈ ਸੁਣ ਲਈਏ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਅਸੀਂ ਸ਼ਬਦ ਦਾ ਵਿਚਾਰ ਨਹੀਂ ਕਰਦੇ, ਉਨਾ ਚਿਰ ਮੁਕਤ ਹੋਣਾ ਬਹੁਤ ਔਖੀ ਗੱਲ ਹੈ। ਸਾਨੂੰ ਵੇਖੋ, ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਜਾਂਦੇ ਹਾਂ ਤੇ ਸਭ ਤੋਂ ਪਹਿਲੋਂ, ਕਿਉਂਕਿ ਸੁਖੀ ਬੰਦਾ, ਅਮੀਰ ਬੰਦਾ, ਤਾਕਤ ਵਾਲਾ ਬੰਦਾ ਤੇ ਗੁਰੂ ਘਰ ਜੇ ਜਾਵੇਗਾ ਤਾਂ ਆਪਣੇ ਮਤਲਬ ਵਾਸਤੇ ਜਾਵੇਗਾ, ਉੱਦਾਂ ਜਾਣਾ ਨਹੀਂ। ਤੇ ਜਿਹੜਾ ਦੁਖਿਆਰਾ ਹੁੰਦਾ, ਬਹੁਤ ਜ਼ਿਆਦਾ ਦੁਖੀ ਹੁੰਦਾ ਆ, ਉਹ ਫਿਰ ਢਹਿ ਕੇ ਜਦੋਂ ਉਹਦਾ ਕਿਤੇ ਚਾਰਾ ਨਹੀਂ ਚੱਲਦਾ ਤਾਂ ਉਹ ਗੁਰੂ ਚਰਨਾਂ ਦੇ ਵਿੱਚ ਜਾਂਦਾ ਤੇ ਕੀ ਕਹਿੰਦਾ, ਮਹਾਰਾਜ ਮੈਂ ਦੁਸ਼ਟ ਹਾਂ, ਮੈਂ ਪਾਪੀ ਹਾਂ, ਮੈਂ ਨੀਚ ਹਾਂ, ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈਗਾ ਮਾੜਾ ਬੰਦਾ, ਮੈਂ ਕੁੱਤਾ ਹਾਂ, ਤੇਰੇ ਘਰ ਦਾ ਕੁੱਤਾ ਹਾਂ। ਸਭ ਤੋਂ ਪਹਿਲੋਂ ਜਿਹੜੀ ਸਟਾਰਟ ਗੇਮ ਆ ਇੱਥੋਂ ਆਪਾਂ ਕਰਦੇ ਹਾਂ। ਫਿਰ ਮੈਂ ਵੇਖਿਆ ਆ ਕਈ ਜਿਹੜੇ ਗੁਰਸਿੱਖ ਪਿਆਰੇ ਨੇ, ਉਹ ਐਂਡ ਤੱਕ ਇੱਥੇ ਹੀ ਖੜੇ ਰਹਿੰਦੇ ਹਨ, ਪਰ ਇੱਥੇ ਖੜੇ ਨਹੀਂ ਰਹਿਣਾ। ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਪਹੁੰਚ ਗਏ, ਸਭ ਤੋਂ ਪਹਿਲੋਂ ਨੀਵੇਂ ਹੋ ਕੇ ਚਲੇ ਗਏ, ਫਿਰ ਅਸੀਂ ਗੁਰੂ ਦੇ ਕੂਕਰਾਂ ਤੋਂ, ਛੋਟੀਆਂ ਜੂਨੀਆਂ ਤੋਂ ਸਾਡੀ ਮਾਨਸਿਕਤਾ ਥੋੜ੍ਹੀ ਜਿਹੀ ਉੱਪਰ ਉੱਠ ਕੇ ਜਦੋਂ ਸਾਨੂੰ ਥੋੜ੍ਹੀ ਜਿਹੀ ਠੰਡਕ ਮਿਲਦੀ ਹੈ ਤਾਂ ਅਸੀਂ ਫਿਰ ਦਾਸ ਬਣ ਜਾਂਦੇ ਹਾਂ ਗੁਰੂ ਦੇ। ਦਾਸ ਕੌਣ ਆ? ਗੁਲਾਮ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਗੁਲਾਮ, ਫਿਰ ਅਸੀਂ ਗੁਲਾਮ ਬਣ ਜਾਂਦੇ ਹਾਂ, ਦਾਸ ਬਣ ਜਾਂਦੇ ਹਾਂ ਗੁਰੂ ਦੇ। ਫਿਰ ਜਦੋਂ ਥੋੜ੍ਹੀ ਜਿਹੀ ਹੋਰ ਉੱਚੀ ਅਵਸਥਾ ਹੁੰਦੀ ਹੈ ਸਾਡੀ, ਫਿਰ ਅਸੀਂ ਕੀ ਬਣ ਜਾਂਦੇ ਹਾਂ? ਫਿਰ ਅਸੀਂ ਸੇਵਕ ਬਣ ਜਾਂਦੇ ਹਾਂ। ਪੌੜੀ ਦਰ ਪੌੜੀ, ਪੌੜੀ ਦਰ ਪੌੜੀ ਅਸੀਂ ਉੱਪਰ ਨੂੰ ਉੱਠਣਾ ਹੈ। ਅਸੀਂ ਇੱਕੋ ਥਾਂ 'ਤੇ ਖੜੇ ਨਹੀਂ ਰਹਿਣਾ। ਜੇ ਸਾਡੇ ਜੀਵਨ ਦੇ ਵਿੱਚ ਚੇਂਜਿੰਗ ਨਹੀਂ ਆਉਂਦੀ, ਜੇ ਸਾਡੇ ਜੀਵਨ ਦੇ ਵਿੱਚ ਕੋਈ ਪਲਟਾ ਨਹੀਂ ਆਉਂਦਾ, ਇਹਦਾ ਮਤਲਬ ਸਾਡੇ ਉੱਤੇ ਗੁਰਬਾਣੀ ਦਾ ਅਸਰ ਅਜੇ ਨਹੀਂ ਹੋ ਰਿਹਾ। ਇਹਦਾ ਮਤਲਬ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਮੁਤਾਬਕ ਆਪਣੇ ਜੀਵਨ 'ਚ ਢਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਇਹਦਾ ਮਤਲਬ ਅਸੀਂ ਬਾਣੀ ਜਿਹੜੀ ਹੈ ਉਤਲੇ ਮਨੋਂ ਹੀ ਪੜ੍ਹ ਕੇ ਤੁਹਾਨੂੰ ਛੱਡ ਦਿੱਤਾ। ਅਸੀਂ ਉਹਨੂੰ ਹਿਰਦੇ 'ਚ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਸ਼ਬਦ ਦਾ ਵਿਚਾਰ ਨਹੀਂ ਕੀਤਾ। ਅੱਛਾ, ਜਦੋਂ ਅਸੀਂ ਸੇਵਕ ਬਣ ਗਏ ਫਿਰ ਕੀ ਹੋਣਾ? ਫਿਰ ਸਾਡੇ ਵਿੱਚ ਸੇਵਕ ਬਣ ਕੇ ਫਿਰ ਨਵੀਆਂ ਨਵੀਆਂ ਗੱਲਾਂ ਸਿੱਖਣ ਦੀ, ਗੁਰਬਾਣੀ ਦੇ ਵਿੱਚੋਂ, ਗੁਰਸਿੱਖੀ ਦੇ ਵਿੱਚੋਂ ਸਿੱਖਣ ਦੀ ਤਾਂਘ ਪੈਦਾ ਹੁੰਦੀ ਹੈ। ਫਿਰ ਅਸੀਂ ਸਿੱਖ ਬਣ ਜਾਂਦੇ ਹਾਂ। ਸਿੱਖ ਬਣ ਕੇ ਤਾਂ ਫਿਰ ਜਦੋਂ ਸਾਡੇ ਉੱਤੇ ਗੁਰਬਾਣੀ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਅਸੀਂ ਗੁਰਸਿੱਖ ਬਣ ਜਾਂਦੇ ਹਾਂ। ਤੇ ਜਦੋਂ ਸਾਡੇ ਉੱਤੇ ਗੁਰੂ ਦੀ ਬਾਣੀ ਦਾ ਬਹੁਤ ਜ਼ਿਆਦਾ ਅਸਰ ਹੋ ਜਾਂਦਾ ਹੈ, ਅਸੀਂ ਫਿਰ
ਗਲਤੀਆਂ ਵੀ ਸਾਡੇ ਕੋਲ ਕੋਈ ਟਾਵੀਂ ਹੁੰਦੀ ਹੈ, ਬਾਕੀ ਸਾਰਾ ਕੁਛ ਹੀ ਗੁਰੂ ਦੇ ਉੱਤੇ, ਗੁਰੂ ਦੀ ਰਹਿਮਤ ਦੇ ਉੱਤੇ ਹੁੰਦਾ ਹੈ। ਅਸੀਂ ਗੁਰੂ ਦਾ ਹਰ ਹੁਕਮ ਮੰਨ ਕੇ ਖੁਸ਼ ਹੁੰਦੇ ਹਾਂ, ਫਿਰ ਅਸੀਂ ਗੁਰਮੁਖ ਬਣ ਜਾਂਦੇ ਹਾਂ। ਤੇ ਗੁਰਮੁਖ ਬਣਨ ਤੋਂ ਬਾਅਦ ਫਿਰ ਅਸੀਂ ਖਾਲਸੇ ਬਣ ਜਾਂਦੇ ਹਾਂ। ਖਾਲਸੇ ਦੀ ਬਹੁਤ ਵੱਡੀ ਉੱਚੀ ਅਵਸਥਾ ਹੈ, ਬਹੁਤ ਉੱਚੀ ਪਦਵੀ ਹੈ। ਅੱਜ ਕੱਲ੍ਹ ਤੇ ਹਾਰੀ ਸਾਰੀ ਕਈਆਂ ਸ਼ਰਾਬੀਆਂ ਨੇ ਮੈਂ ਵੇਖਿਆ, ਅੰਮ੍ਰਿਤ ਛਕਿਆ ਆ, ਸ਼ਰਾਬ ਪੀਂਦੇ ਆ, ਗਾਤਰੇ ਗਲਾਂ 'ਚ ਪਾਏ ਆ, ਸ਼ਰਾਬ ਪੀਂਦੇ ਆ। ਕੋਈ ਕੁਛ ਖਾਂਦਾ, ਕੋਈ ਕੁਛ ਪੀਂਦਾ, ਅਤੇ ਉਹ ਆਪਣੇ ਆਪ ਨੂੰ ਖਾਲਸੇ ਕਹਿੰਦੇ ਆ। ਸਿਰਫ ਅਸੀਂ ਇਕੱਲੀ ਮਰਿਆਦਾ ਰੱਖ ਕੇ ਅਸੀਂ ਖਾਲਸੇ ਨਹੀਂ ਬਣ ਸਕਦੇ। ਖਾਲਸੇ ਵਾਸਤੇ ਪਹਿਲੋਂ ਸਾਨੂੰ ਅੰਦਰੋਂ ਖਾਲਸ ਹੋਣਾ ਪਏਗਾ। ਖਾਲਸਾ ਬਣਨਾ ਅੰਦਰੋਂ ਸਾਨੂੰ ਆਪਣੇ ਮਨ ਹੀ ਨਾਲ ਸੱਥ, ਮਨ ਹੀ ਨਾਲ ਝਗੜਾ, ਮਨ ਹੀ ਮੱਝ ਸਮਾਵੈ। ਪਹਿਲੋਂ ਸਾਨੂੰ ਆਪਣੇ ਮਨ ਨੂੰ ਜਿੱਤਣਾ ਪਵੇਗਾ। ਜਦੋਂ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਸਾਡੇ ਅੱਗੇ ਅੜ ਸਕੇ। ਫਿਰ ਮਹਾਰਾਜ ਕਹਿੰਦੇ ਆ, ਲੜੇਗਾ ਤੇ ਕੀ, ਅੜੇਗਾ ਵੀ ਕੋਈ ਨਹੀਂ ਤੁਹਾਡੇ ਨਾਲ। ਸਾਨੂੰ ਅੰਦਰੋਂ ਖਾਲਸੇ ਬਣਨਾ ਪਵੇਗਾ। ਫਿਰ ਇਹ ਸਾਡੀ ਸਭ ਤੋਂ ਉੱਪਰਲੀ ਅਵਸਥਾ ਜਿਹੜੀ ਹੈ ਇਨਸਾਨੀ ਜਨਮ ਦੇ ਵਿੱਚ, ਮਨੁੱਖਾ ਜਨਮ ਦੇ ਵਿੱਚ, ਉਹ ਖਾਲਸੇ ਦੀ ਹੈ। ਜਦੋਂ ਅਸੀਂ ਖਾਲਸੇ ਬਣ ਗਏ, ਫਿਰ ਕੀ ਹੈ, ਖਾਲਸਾ ਮੇਰੋ ਰੂਪ ਹੈ ਖਾਲਸ। ਫਿਰ ਅਸੀਂ ਗੁਰੂ ਰੂਪ ਬਣ ਜਾਂਦੇ ਹਾਂ। ਜਦੋਂ ਅਸੀਂ ਪਿਓਰ ਖਾਲਸੇ ਬਣ ਗਏ ਨਾ, ਤੇ ਫਿਰ ਗੁਰੂ ਰੂਪ ਬਣ ਜਾਂਦੇ ਹਾਂ। ਤੇ ਗੁਰੂ ਕੌਣ ਆ? ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਹੀ ਰੂਪ ਹੈ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਵੀ ਜਿਸ ਤਰ੍ਹਾਂ ਇੱਕ ਜਲ ਦੀ ਕਿਰਨ ਜਿਹੜੀ ਹੈ, ਜਲ ਦੀ ਜਿਹੜੀ ਹੈ ਇੱਕ ਲਹਿਰ ਜਿਹੜੀ ਹੈ, ਉੱਪਰ ਉੱਠ ਕੇ ਤੇ ਫਿਰ ਜਲ 'ਚ ਹੀ ਸਮਾ ਜਾਂਦੀ ਹੈ। ਗੁਰੂ ਜਿਹੜਾ ਉਹ ਇਹ ਚੀਜ਼ ਹੈ ਕਿ ਉਹ ਪਰਮਾਤਮਾ ਦੇ ਵਿੱਚ ਤੇ ਗੁਰੂ ਦੇ ਵਿੱਚ ਭੇਦ ਨਹੀਂ ਹੈ ਕੋਈ ਵੀ। ਖਾਲਸੇ ਦੇ ਵਿੱਚ ਤੇ ਗੁਰੂ ਦੇ ਵਿੱਚ ਭੇਦ ਨਹੀਂ ਹੈ ਕੋਈ। ਇਸ ਕਰਕੇ ਜੇ ਸਾਡਾ ਜਿਹੜਾ ਟਾਰਗੇਟ ਹੈ ਉਹ ਸਿਰਫ ਇੱਕ ਹੀ ਹੋਣਾ ਚਾਹੀਦਾ। ਇਸ ਤੋਂ ਇਲਾਵਾ ਥੱਲੇ ਸਾਨੂੰ ਕਿਤੇ ਵੀ ਧਿੱਜਣਾ ਨਹੀਂ ਚਾਹੀਦਾ, ਕਿਤੇ ਵੀ ਰਿੱਝਣਾ ਨਹੀਂ ਚਾਹੀਦਾ। ਕਿਸੇ ਵੀ ਰਿੱਧੀ ਸਿੱਧੀ ਦੇ ਵਿੱਚ, ਕਿਸੇ ਵੀ ਸੰਸਾਰਕ ਸੁੱਖ ਦੇ ਵਿੱਚ ਸਾਨੂੰ ਇੰਨਾ ਗਲਤਾਨ ਨਹੀਂ ਹੋਣਾ ਚਾਹੀਦਾ ਵੀ ਅਸੀਂ ਆਪਣੇ ਟਾਰਗੇਟ ਨੂੰ ਭੁੱਲ ਜਾਈਏ। ਸਾਡਾ ਇੱਕੋ ਇੱਕ ਟਾਰਗੇਟ ਇਹੀ ਹੋਣਾ ਚਾਹੀਦਾ ਹੈ ਕਿ ਹਰ ਜਨ ਦੋਏ ਏਕ ਹੈ। ਪਰਮਾਤਮਾ ਤੇ ਪਰਮਾਤਮਾ ਅਸੀਂ ਇੱਕ ਮਿੱਕ ਹੋ ਜਾਈਏ ਉਹਦੇ ਨਾਲ। ਫਿਰ ਸਾਡੇ ਗੁਰਬਾਣੀ ਪੜ੍ਹਨ ਦਾ, ਇੱਥੇ ਆਏ ਦਾ ਫਾਇਦਾ ਹੈ। ਇਸ ਦੇਹੀ ਕੋ ਸਿਮਰੇ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਮਨੁੱਖਾ ਜਨਮ ਨੂੰ ਜਿਹੜੇ ਆ ਦੇਵਤੇ ਵੀ ਲੋਚਦੇ ਆ, ਦੇਵਤੇ ਵੀ ਸਿਮਰਦੇ ਆ, ਪਰ ਉਹਨਾਂ ਨੂੰ ਇਹ ਦੇਹੀ ਜਿਹੜੀ ਹੈ ਨਸੀਬਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਕਿਉਂਕਿ ਉਹਨਾਂ ਨੇ ਅੱਜ ਕੱਲ੍ਹ ਜਿਹੜੇ ਕਹਿ ਰਹੇ ਨਾ ਵੀ ਗੁਰੂ ਦੇ ਘਰ ਦੇ ਵਿੱਚ ਦਸਵੰਧ ਨਾ ਚੜਾਓ, ਗੁਰੂ ਦੇ ਘਰ ਦੇ ਵਿੱਚ ਦੁੱਧ ਦਾਲ ਨਾ ਧੋਵੋ, ਗੁਰੂ ਦੇ ਘਰ ਨੂੰ, ਗੁਰੂ ਦੇ ਘਰ ਦੇ ਵਿੱਚ ਇੰਨੇ ਸੋਨੇ ਚਾਂਦੀਆਂ ਨਾ ਚੜਾਵੋ, ਤੁਸੀਂ ਲੋਕਾਂ ਦੀ ਸੇਵਾ ਕਰੋ। ਲੋਕਾਂ ਦੀ ਸੇਵਾ ਜਿਹੜੀ ਹੈ ਇਹ ਧਰਮ ਪਖੰਡ ਜੋ ਦਿਸੈ, ਤਿਨ ਜਮ ਜਗਾਤੀ ਲੁੱਟੈ, ਇਹ ਪੁੰਨ ਦਾਨ ਨੇ। ਇਹ ਸਾਨੂੰ ਲੁੱਟ ਲੈਣਗੇ, ਇਹ ਸਾਨੂੰ ਸਿਰੇ ਨਹੀਂ ਪਹੁੰਚਣ ਦੇਣਗੇ ਜਿੰਨਾ ਚਿਰ ਅਸੀਂ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਨਾ ਹੋਵਾਂਗੇ। ਗੁਰੂ ਸਾਡੇ ਕੋਲ ਕੁਛ ਨਹੀਂ ਮੰਗਦਾ, ਗੁਰੂ ਸਾਡੇ ਕੋਲ ਸੋਨੇ ਨਹੀਂ ਮੰਗਦਾ, ਗੁਰੂ ਸਾਡੇ ਕੋਲ ਦੁੱਧ ਨਹੀਂ ਮੰਗਦਾ, ਗੁਰੂ ਸਾਡੇ ਕੋਲ ਕੁਛ ਨਹੀਂ, ਮਾਇਆ ਨਹੀਂ ਮੰਗਦਾ। ਪਰ ਅਸੀਂ ਆਪਣੀ ਮਾਇਆ ਨੂੰ ਸਫਲ ਕਰਕੇ, ਕਿ ਮਾਇਆ ਵੀ ਤਾਂ ਹੀ ਸਫਲ ਹੋਵੇਗੀ ਜੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਲੱਗੇਗੀ। ਤੇ ਜਦੋਂ ਸਾਨੂੰ ਸਾਡੀ ਸਾਰੀ ਨੇਕ ਕਮਾਈ ਜਿਹੜੀ ਅਸੀਂ ਆਪਣੀ ਰੋਜ਼ ਦੀ ਰੋਜ਼ਾਨਾ ਕਮਾਈ ਕਰਕੇ ਲਿਆਉਂਦੇ ਹਾਂ, ਮਹੀਨੇ ਬਾਅਦ ਤਨਖਾਹ ਮਿਲਦੀ ਹੈ, 8 ਦਿਨੀ ਮਿਲਦੀ ਹੈ ਜਾਂ 6 ਮਹੀਨੇ ਪ੍ਰਾਪਤੀ ਹੁੰਦੀ ਹੈ ਕਿਸੇ ਵੀ ਸਾਨੂੰ ਪੈਸੇ ਦੀ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਾਸਤੇ ਦਸਵੰਧ ਕੱਢ ਕੇ ਤੁਸੀਂ ਆਪਣੀ ਕਮਾਈ ਨੂੰ ਸਫਲ ਕਰ ਸਕਦੇ ਹੋ। ਗੁਰੂ ਚਰਨਾਂ 'ਚ ਦਸਵੰਧ ਕੱਢਣ ਤੋਂ ਬਾਅਦ ਮੈਂ ਹਸਪਤਾਲਾਂ ਦੇ, ਸਕੂਲਾਂ ਦੇ ਕਿਸੇ ਦੀ ਸੇਵਾ ਕਰਨ ਦੇ ਵਿਰੁੱਧ ਨਹੀਂ ਹਾਂ, ਪਰ ਉਹ ਦਸਵੰਧ ਜਿਹੜਾ ਹੈ ਉਹ ਗੁਰੂ ਸਾਹਿਬ ਵਾਸਤੇ ਅਲੱਗ ਹੈ। ਕਿਉਂਕਿ ਸਾਨੂੰ ਨਹੀਂ ਪਤਾ ਵੀ ਜਿਹਦੀ ਅਸੀਂ ਸੇਵਾ ਕਰਨ ਲੱਗੇ ਹਾਂ ਉਹ ਕਿਹੜੇ ਪਾਪਾਂ ਦੀ ਸਜ਼ਾ ਭੋਗ ਰਿਹਾ ਹੈ। ਇੱਕ ਬੰਦਾ ਜੰਮਦਾ ਹੀ ਦੁਖੀਆ ਆ, ਇੱਕ ਬੰਦਾ ਜੰਮਦਾ ਹੀ ਰੋਗੀ ਆਉਂਦਾ ਹੈ, ਧਰਤੀ ਦੇ ਉੱਤੇ ਹੀ ਆਉਂਦਾ ਹੈ, ਗਰੀਬੀ ਦੇ ਵਿੱਚ ਉਹ ਦਿਨ ਕੱਟ ਰਹੇ ਹਨ। ਉਹ ਅਸੀਂ ਇਹ ਨਹੀਂ ਕਹਿ ਸਕਦੇ, ਅਸੀਂ ਤੇ ਇਹੀ ਕਹਾਂਗੇ ਨਾ ਇੱਥੇ ਵੀ ਇਹਨੇ ਜੰਮਦੇ ਨੇ ਕਿਹੜਾ ਪਾਪ ਕਰਤਾ, ਪਰ ਉਹ ਜੰਮਦਾ ਪਾਪ ਆਪਣੇ ਪਿਛਲੇ ਜਨਮਾਂ ਦੇ ਨਾਲ ਲੈ ਕੇ ਆ ਰਿਹਾ। ਉਹਨਾਂ ਪਾਪਾਂ ਦੀ ਸਜ਼ਾ ਉਹ ਹੁਣ ਇਸ ਟਾਈਮ ਮੌਕੇ ਤੇ ਭੋਗ ਰਿਹਾ ਆ।
ਜੇ ਅਸੀਂ ਉਸ ਦੀ ਹੈਲਪ ਕਰਦੇ ਹਾਂ ਗੁਰੂ ਨੂੰ ਵਿੱਚ ਸਾਕਸ਼ੀ ਜਾਣਨ ਤੋਂ ਬਿਨਾਂ, ਫਿਰ ਉਹਦੇ ਪਾਪਾਂ ਦਾ ਹਿੱਸਾ ਅਸੀਂ ਵੰਡਾ ਕੇ ਤਾਂ ਆਪਣੇ ਆਪ ਨੂੰ ਥੱਲੇ ਲਿਆਉਂਦੇ ਹਾਂ। ਸਭ ਤੋਂ ਪਹਿਲਾਂ ਮੈਂ ਉਸ ਚੀਜ਼ ਦੇ ਵਿਰੁੱਧ ਨਹੀਂ, ਮੈਂ ਤੁਹਾਨੂੰ ਉੱਥੇ ਲੈ ਕੇ ਆਊਂਗਾ ਜਿੱਥੇ ਦੇ ਵਾਸਤੇ ਮੈਂ ਗੱਲ ਕਰ ਰਿਹਾ। ਸਭ ਤੋਂ ਪਹਿਲੋਂ ਅਸੀਂ ਗੁਰੂ ਚਰਨਾਂ ਵਾਸਤੇ ਦਸਵੰਧ ਕੱਢਣਾ ਹੈ ਆਪਣੀ ਕਮਾਈ ਦੇ ਵਿੱਚੋਂ। ਉਸ ਗੁਰੂ ਚਰਨਾਂ ਦੇ ਵਿੱਚ ਤੁਸੀਂ ਰੁਮਾਲੇ ਸਾਹਿਬ ਚੜਾ ਸਕਦੇ ਜੇ, ਚੰਦੋਵੇ ਸਾਹਿਬ ਚੜਾ ਸਕਦੇ ਜੇ, ਚੌਰ ਸਾਹਿਬ, ਬੜੇ ਤਰੀਕਿਆਂ ਦੀ ਸੇਵਾ ਆ। ਉਹ ਸਾਡਾ ਇੱਕ ਗੁਰੂ ਦੇ ਨਾਲ ਸਾਂਝ ਆ ਸੰਸਾਰਿਕ ਤੌਰ 'ਤੇ, ਅਤੇ ਅਧਿਆਤਮਿਕ ਸਾਂਝ ਤੁਹਾਨੂੰ ਮੈਂ ਦੱਸਦੀ ਹੈ ਵੀ ਖਾਲਸੇ ਕਿਵੇਂ ਬਣਨਾ ਆ, ਵੀ ਆਪਾਂ ਕਿਵੇਂ ਖਾਲਸੇ ਤੱਕ ਪਹੁੰਚਣਾ ਆ, ਕਿੱਥੋਂ ਦਾਸ ਤੋਂ ਤੁਰ ਕੇ, ਕੂਕਰ ਤੋਂ ਤੁਰ ਕੇ ਦਾਸ, ਸੇਵਕ, ਸਿੱਖ, ਗੁਰਸਿੱਖ, ਗੁਰਮੁਖ, ਹੈ ਨਾ, ਅਤੇ ਫਿਰ ਆਪਾਂ ਖਾਲਸੇ ਬਣਦੇ ਹਾਂ। ਇਹ ਤਾਂ ਅੰਤਰੀਵ ਸਾਡੀ ਸੀ ਯਾਤਰਾ। ਜਦੋਂ ਅਸੀਂ ਬਾਹਰ ਨੂੰ ਤੁਰੇ, ਬਾਹਰੋਂ ਆਪਾਂ ਆਪਣੀ ਨੇਕ ਕਮਾਈ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਦਸਵੰਧ ਕੱਢ ਕੇ, ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਉਪਜੀਵਕਾ ਨੂੰ ਵੇਖਦੇ ਹੋਏ ਆਪਣੇ ਮਨ ਮੁਤਾਬਕ, ਕੋਈ ਰਸਤੇ ਦੇ ਵਿੱਚ ਗਰੀਬ ਹੈ, ਕੋਈ ਸਕੂਲ ਖੋਲ੍ਹਣਾ ਆ, ਉਹਦੇ ਵਾਸਤੇ ਕਿਸੇ ਗੁਰਦੁਆਰਾ ਸਾਹਿਬ ਤੇ ਪਿੰਡ ਦੇ ਜਿਹੜੇ ਹੋਰ ਜਿਹੜੇ ਹੁੰਦੇ ਆ, ਪਿੰਡ ਦੇ ਵਿੱਚ ਕਿਸੇ ਗਰੀਬ ਧੀ ਦਾ ਵਿਆਹ ਕਰਨਾ, ਕਿਸੇ ਵੀ ਲੋੜਵੰਦ ਦੀ ਮਦਦ ਕਰਨੀ, ਉਹ ਤੁਸੀਂ ਆਪਣੀ ਦੂਜੀ ਉਹ ਦਸਵੰਧ ਨਾਲ ਨਹੀਂ ਉਸ ਨੂੰ ਜੋੜਨਾ। ਉਹ ਦੂਜੀ ਕਮਾਈ ਦੇ ਵਿੱਚੋਂ ਕਰੋ ਤਾਂ ਤੁਹਾਡੇ ਕਰਮ ਨਹੀਂ ਬਣਨਗੇ। ਆਪਣੀ ਘਰ ਦੀ ਕਮਾਈ ਦੇ ਵਿੱਚੋਂ ਕਰੋਗੇ, ਬਕਾਇਆ ਦੇ ਵਿੱਚੋਂ ਤੇ ਬਕਾਏ ਦੇ ਵਿੱਚੋਂ। ਜੇ ਤੁਸੀਂ ਦਸਵੰਧ ਗੁਰੂ ਦੇ ਚਰਨਾਂ ਦਾ ਦਸਵੰਧ ਜਿਹੜਾ ਆ ਉੱਥੇ ਲਾਓਗੇ, ਉਹ ਤੁਹਾਡੇ ਕਰਮ ਬਣ ਜਾਣਗੇ। ਤੇ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟੈ। ਗੁਰੂ ਸਾਹਿਬ ਆਪ ਕਹਿੰਦੇ, ਮੈਂ ਥੋੜਾ ਕਹਿ ਰਿਹਾ। ਉਹਨਾਂ ਨੂੰ ਤਾਂ ਜਮਾਂ ਨੇ ਲੁੱਟ ਲੈਣਾ ਆ। ਉਹ ਤਾਂ ਬੜੀ ਹੱਦ ਆ, ਤਾਂ ਤੁਸੀਂ ਜਿਹੜਾ ਆ ਦੇਵਪੁਰੀ ਤੱਕ ਪਹੁੰਚ ਜਾਓਗੇ। ਇੱਕ ਰਾਜੇ ਦੀ ਜ਼ਿੰਦਗੀ ਵੀ ਇੱਥੇ ਸੰਸਾਰ 'ਚ ਮਿਲ ਸਕਦੀ, ਪਰ ਇਸ ਤੋਂ ਉੱਪਰ ਜਾ ਕੇ ਵੀ ਤੁਸੀਂ ਦੇਵਪੁਰੀਆਂ ਦੇ ਵਿੱਚ, ਦੇਵਪੁਰੀ ਦਾ ਰਾਜ ਤੁਹਾਨੂੰ ਮਿਲ ਜਾਏਗਾ ਪੁੰਨ ਕੀਤਿਆਂ। ਪਰ ਉਹ ਵੀ ਇੱਕ ਦਿਨ ਨੂੰ ਖਤਮ ਹੋਣੇ ਆ ਤੁਹਾਡੇ ਪੁੰਨ। ਜਿੱਦਣ ਤੁਹਾਡੇ ਪੁੰਨ ਖਤਮ ਹੋ ਗਏ, ਦੇਵਪੁਰੀ ਦਾ ਰਾਜ ਵੀ ਖਤਮ ਹੋ ਜਾਏਗਾ। ਤਪੋਂ ਰਾਜ ਤੇ ਰਾਜੋਂ ਨਰਕ। ਫਿਰ ਉਹ ਨਰਕ ਵਾਲੀ ਜੂਨ ਦੇ ਵਿੱਚ ਆ ਜਾਓਗੇ ਜੇ ਤੁਸੀਂ ਗੁਰੂ ਚਰਨਾਂ ਦੇ ਨਾਲ ਨਹੀਂ ਜੁੜੇ, ਜੇ ਤੁਸੀਂ ਸ਼ਬਦ ਦੇ ਨਾਲ ਨਹੀਂ ਜੁੜੇ। ਜੇ ਸ਼ਬਦ ਨਾਲ ਜੁੜ ਜਾਵਾਂਗੇ ਤਾਂ ਸਾਡੇ ਉਹ ਕੀਤੇ ਹੋਏ ਸਾਰੇ ਹੀ ਪੁੰਨ ਫਲ ਜਿਹੜੇ ਆ ਉਹਨੂੰ ਕੋਈ ਜੰਮ ਲੁੱਟ ਨਹੀਂ ਸਕਦਾ। ਉਹ ਸਾਰੇ ਹੀ ਪ੍ਰਫੁੱਲਤ ਹੋਣਗੇ। ਸੋ ਇਹ ਗੁਰੂ ਚਰਨਾਂ ਵਿੱਚ ਜਾਣ ਦਾ ਇੱਕ ਛੋਟਾ ਜਿਹਾ ਰਸਤਾ ਆ, ਬੜਾ ਵਧੀਆ ਰਸਤਾ ਆ, ਸੌਖਾ ਤੇ ਸਖਾਲਾ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਕਬੀਰ ਪਹਿਲੋਂ ਤਾਂ ਕਹਿੰਦੇ ਸੀ ਮੁਤੀਆ ਮੇਰੋ ਨਾਉ, ਫਿਰ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਜੀ ਕਹਿੰਦੇ ਵੀ ਤੂੰ ਰੋੜਾ ਹੋ ਜਾ, ਰਸਤੇ ਦਾ ਰੋੜਾ ਬਣ ਜਾ, ਤੇ ਵਿੱਚ ਡਿੱਗ ਪੋ, ਤੈਨੂੰ ਕੋਈ ਵੀ ਜਿਹੜਾ ਮਰਜ਼ੀ ਠੁੱਡਾ ਮਾਰ ਕੇ ਲੰਘ ਜੇ, ਤੂੰ ਉਸ ਚੀਜ਼ ਦੀ ਚਿੰਤਾ ਨਹੀਂ ਕਰਨੀ, ਨੀਵਾਂ ਹੋ ਜਾ, ਹੰਕਾਰ ਨੂੰ ਛੱਡ ਦੇ। ਫਿਰ ਉਹ ਕਹਿੰਦੇ ਵੀ ਜੇ ਰੋੜਾ ਹੋਇਆ, ਉਸ ਤੋਂ ਫਿਰ ਇਹ ਪਹਿਲੀ ਅਵਸਥਾ ਆ ਗਈ। ਇਸ ਤੋਂ ਬਾਅਦ ਦੂਜੀ ਅਵਸਥਾ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਫਿਰ ਉਹ ਜਦੋਂ ਰੋੜਾ ਬਣ ਗਏ, ਨੀਵੇਂ ਹੋ ਗਏ, ਹੰਕਾਰ ਛੱਡਤਾ, ਕਹਿੰਦੇ ਯਾਰ ਮੈਂ ਤਾਂ ਰੋੜਾ ਬਣ ਗਿਆ, ਤੇ ਰੋੜਾ ਤਾਂ ਜਿਹੜਾ ਵੀ ਉਹਨੂੰ ਠੁੱਡ ਮਾਰ ਕੇ ਪਰੇ ਕਰਦਾ, ਉਹਦੇ ਪੈਰ ਨੂੰ ਸੱਟ ਲੱਗਦੀ ਹੈ। ਇਹ ਤਾਂ ਕੋਈ ਗੱਲ ਨਹੀਂ ਹੈਗੀ, ਇਹ ਤਾਂ ਰਸਤੇ ਵਾਲੇ ਨੂੰ, ਜਾਂਦੇ ਰਾਹਗੀਰ ਨੂੰ ਦੁੱਖ ਦੇ ਰਿਹਾ ਇਹ ਰੋੜਾ। ਤੇ ਫਿਰ ਉਹ ਕਹਿੰਦੇ ਆ ਰੋੜਾ ਨਹੀਂ ਕਬੀਰ, ਰੋੜਾ ਹੋਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੀ ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੇਖੇ। ਜਿਸ ਤਰ੍ਹਾਂ ਧਰਤੀ ਦੇ ਉੱਤੇ ਘੱਟਾ ਉੱਡਦਾ ਫਿਰਦਾ ਨਾ ਰਸਤੇ ਦੇ ਵਿੱਚ, ਇਸ ਤਰ੍ਹਾਂ ਦਾ ਬਣ ਜਾ ਤੂੰ, ਇੰਨੇ ਕਣ ਹੋ ਜਾ, ਖਿੰਡ ਜਾ, ਵੀ ਤੈਨੂੰ ਕਿਸੇ ਨੂੰ ਦੁੱਖ ਨਾ। ਫਿਰ ਸੋਚਦੇ ਆ ਵੀ ਫਿਰ ਉਹ ਅਵਸਥਾ ਉੱਪਰ ਹੋਣ ਲੱਗੀ ਹੈ। ਅਵਸਥਾ ਬਦਲਦੀ ਰਹਿੰਦੀ ਹੈ ਨਾ ਦਿਨ ਬ ਦਿਨ, ਰੋਜ਼ ਦੇ ਰੋਜ਼ ਅਵਸਥਾ ਬਦਲਦੀ ਹੈ ਗੁਰਮੁਖ ਦੀ, ਜੇ ਗੁਰਬਾਣੀ ਦੇ ਉੱਤੇ ਮਤਲਬ ਚੱਲੇ। ਤੇ ਫਿਰ ਉਹ ਕੀ ਕਹਿੰਦਾ ਆ ਵੀ ਫਿਰ ਉਹ ਜਦੋਂ ਅਵਸਥਾ ਬਦਲਣ ਲੱਗਦੀ ਹੈ, ਫਿਰ ਉਹ ਖਾਕ ਹੋ ਕੇ ਫਿਰ ਕਹਿੰਦਾ ਵੀ ਖੇ ਹੋਈ ਤੋਂ ਕਿਆ ਪਿਆ, ਜੋ ਉੱਡ ਲੱਗ ਗਏ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਅੱਗੇ ਚਲੇ ਗਿਆ, ਇਸ ਤੋਂ ਖੇ ਤੋਂ ਉੱਪਰ ਉੱਠ ਗਿਆ। ਕਹਿੰਦਾ ਵੀ ਨਹੀਂ, ਖੇ ਨਾਲ ਤਾਂ ਲੋਕਾਂ ਦੇ ਅੰਗਾਂ ਨੂੰ ਲੱਗਦੀ ਫਿਰਦੀ, ਲੋਕਾਂ ਦੇ ਕੱਪੜਿਆਂ ਨੂੰ ਗੰਦਾ ਕਰਦੀ ਫਿਰਦੀ ਹੈ। ਮੈਂ ਹੁਣ ਲੋਕਾਂ ਦੇ ਕੱਪੜੇ ਗੰਦੇ ਨਹੀਂ ਕਰਨੇ, ਮੈਂ ਹੁਣ ਲੋਕਾਂ ਨੂੰ ਕਿਸੇ ਨੂੰ ਦੁੱਖ ਨਹੀਂ ਦੇਣਾ, ਮੈਂ ਪਾਣੀ ਵਾਂਗਾ ਹੋ ਜਾ, ਪਾਣੀ ਵਰਗਾ ਹੋ ਜਾ। ਫਿਰ ਜਦੋਂ ਪਾਣੀ ਵਰਗਾ ਹੋ ਗਿਆ ਤਾਂ ਫਿਰ ਇਸ ਤੋਂ ਅਗਲੀ ਉੱਪਰਲੀ ਅਵਸਥਾ, ਚੌਥੀ ਅਵਸਥਾ 'ਚ ਆਉਣ ਲੱਗੇ ਨੇ। ਹੁਣ ਉਹ ਜਦੋਂ ਪਾਣੀ ਵਾਲਾ ਮਜ਼ਾ ਵੀ ਵੇਖ ਲਿਆ ਤੇ ਕਹਿਣ ਲੱਗੇ ਪਾਣੀ ਕੀ ਆ, ਠੰਡਾ, ਕਦੀ ਠੰਡਾ ਹੋ ਗਿਆ, ਕਦੀ ਤੱਤਾ ਹੋ ਗਿਆ। ਇਹ ਕਬੀਰ ਖੇ ਹੋਈ ਤੋਂ ਪਿਆ ਜੋ ਕਬੀਰ ਪਾਣੀ ਹੋਇਆ ਤਾਂ ਕਿਆ ਭਇਆ ਜੋ ਸੀਰਾ ਤਾਤਾ ਹੋਏ। ਜੇ ਪਾਣੀ ਹੋਇਆ ਤਾਂ ਕੀ ਫਾਇਦਾ ਹੋਇਆ, ਕਦੀ ਠੰਡਾ ਹੋ ਗਿਆ, ਕਦੀ ਤੱਤਾ ਹੋ ਗਿਆ। ਆਪਾਂ ਇੱਦਾਂ ਦੇ ਨਹੀਂ ਹੋਣਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਜਨ ਉਹੋ ਜਿਹਾ ਚਾਹੀਦਾ ਜਿਹੋ ਜਿਹਾ ਪਰਮਾਤਮਾ ਆਪ ਆ।
ਇਹ ਬੜੀਆਂ ਉੱਚੀਆਂ ਅਵਸਥਾ ਆ, ਕਲਯੁੱਗ ਦੇ ਵਿੱਚ ਲੈਣੀਆਂ ਬਹੁਤ ਸੌਖੀਆਂ ਆ, ਪਰ ਆਪਾਂ ਕੋਲ ਲੱਗਿਆ ਨਹੀਂ ਜਾਂਦਾ ਇਸ ਬੰਨੇ। ਆਪਾਂ ਮਾਇਆ ਦੇ ਵਿੱਚ ਇੰਨੇ ਜ਼ਿਆਦਾ ਗਲਤਾਨ ਹੋ ਚੁੱਕੇ ਆ ਕਿ ਸਾਨੂੰ ਕਿਸੇ ਨਾ ਕਿਸੇ ਉਹ ਬੰਨਿਓ ਉਹ ਸਾਨੂੰ ਢਾਹ ਲੈਂਦੀ ਹੈ, ਮਾਇਆ ਸਾਨੂੰ ਲੁੱਟ ਲੈਂਦੀ ਹੈ, ਕਦੀ ਧੀਆਂ ਪੁੱਤਾਂ ਦੇ ਪੱਖੋਂ, ਕਦੀ ਜਾਇਦਾਦ ਦੇ ਪੱਖੋਂ, ਕਦੀ ਪੈਸੇ ਦੇ ਪੱਖੋਂ, ਕਦੀ ਯਾਰਾਂ ਦੋਸਤਾਂ ਦੇ ਪੱਖੋਂ, ਹਰ ਬੰਨਿਓ ਮਤਲਬ ਵੀ ਸਾਨੂੰ ਜਿਹੜੀ ਮਾਇਆ ਲੁੱਟਣ 'ਤੇ ਆਈ ਪਈ ਹੈ। ਇਸ ਕਰਕੇ ਇਹਦੇ ਤੋਂ ਨਿਰਲੇਪ ਰਹਿਣ ਵਾਸਤੇ ਭਗਤ ਕਬੀਰ ਜੀ ਕੀ ਕਹਿੰਦੇ ਆ, ਸਭਨਾ ਕੀ ਹੋ ਬੈਣ ਬੈਣ ਜੀ ਸਭਨਾ ਮੈਂ ਉਹੇ ਸਭਨਾ ਮੈਂ ਨਕਟੀ ਕਾ ਵਾਸਾ। ਤੋਂ ਕਹਿੰਦੇ ਆ ਵੀ ਸਾਰਿਆਂ ਦੇ ਵਿੱਚ ਹੀ ਮਾਇਆ ਦਾ ਵਾਸਾ ਆ। ਤੇ ਸਗਲਿਆ ਮੈਂ ਨਕਟੀ ਕਾ ਵਾਸਾ ਸਗਲਿਆ ਮੈਂ ਅਹੇਰੀ ਕਿਸੇ ਹੀ ਕੀ ਹੋ ਬੈਣ ਬੈਣ ਜੀ ਜਿਨੇ ਬਰੀ ਤਿਸ ਚੇਰੀ। ਕਿਸੇ ਦੀ ਭੈਣ ਬਣ ਕੇ ਆ ਜਾਂਦੀ ਹੈ ਮਾਇਆ, ਕਿਸੇ ਦੀ ਭਣੇਵੀਂ ਬਣ ਕੇ ਆ, ਇੱਜ਼ਤ ਆ ਨਾ, ਕਹਿੰਦੇ ਮਾਇਆ ਇੱਜ਼ਤ ਆ, ਹੈ ਨਾ। ਉਹ ਫਿਰ ਭੈਣ ਤੋਂ ਇੱਜ਼ਤ ਵੱਡੀ ਕੋਈ ਵੀ ਨਹੀਂ ਹੁੰਦੀ, ਭਣੇਵੀਂ ਤੋਂ ਇੱਜ਼ਤ ਵੱਡੀ ਕੋਈ ਵੀ ਨਹੀਂ ਹੁੰਦੀ, ਕਿ ਉਹ ਸਾਡੀ ਇੱਜ਼ਤ ਹੈ, ਆਪਾਂ ਕਹਿੰਦੇ ਇਹ ਮਾਇਆ ਦੀਆਂ ਇੱਜ਼ਤਾਂ ਆ। ਅਤੇ ਫਿਰ ਅੱਗੇ ਕੀ ਕਹਿੰਦੇ ਆ, ਜਿੰਨੇ ਬਰੀ ਤਿਸ ਚੇਰੀ, ਵੀ ਜਿੰਨੇ ਇਹਨੂੰ ਵਿਆਹ ਲਿਆ ਉਹਦੀ ਇਹ ਦਾਸੀ ਬਣ ਜਾਂਦੀ ਹੈ, ਉਹਦੇ ਫਿਰ ਉਹ ਸੇਵਾਦਾਰ ਨਹੀਂ ਬਣ ਜਾਂਦੀ ਹੈ। ਉਹਨੂੰ ਮਤਲਬ ਵੀ ਫਿਰ ਉਹਦੀ ਇੱਜ਼ਤ ਨਹੀਂ ਰਹਿ ਜਾਂਦੀ, ਉਹਦੀ ਸੇਵਾਦਾਰ ਨਹੀਂ ਹੁੰਦੀ ਹੈ, ਉਹਦੀ ਇੱਜ਼ਤ ਉਹਦਾ ਸਿਰਫ ਨਾਮ ਹੁੰਦਾ ਹੈ। ਸੋ ਆਪਾਂ ਜੇ ਗੁਰੂ ਚਰਨਾਂ ਨਾਲ ਲੱਗਣਾ ਆ ਅਤੇ ਇਸ ਤਰੀਕੇ ਜਿਹੜਾ ਸੌਖਾ ਜਿਹਾ ਤਰੀਕਾ ਆ, ਜੇ ਅਪਣਾ ਲਈਏ ਤਾਂ ਆਪਾਂ ਬੜੀ ਛੇਤੀ ਅੱਗੇ ਜਾ ਸਕਦੇ ਹਾਂ। ਬਾਕੀ ਮਰਜ਼ੀ ਆਪ ਜੀ ਦੀ। ਮੇਰੇ ਤਾਂ ਜੋ ਮਨ 'ਚ ਆਉਂਦਾ ਆ, ਮੈਂ ਮਹੀਨੇ 2 ਮਹੀਨੇ 15 ਦਿਨੀ ਜਿੱਦਣ ਮੇਰੇ ਮਨ 'ਚ ਕੋਈ ਆਨੰਦ ਜਿਹਾ ਫੁੱਟਦਾ ਆ, ਮੈਂ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰ ਲੈਂਦਾ। ਸੋ ਅੱਜ ਦੇ ਇੰਨੇ ਹੀ, ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।